ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਮੂਵਮੈਂਟ ਟੌਪਿਕ ਉੱਪਰ ਬੇਸਡ ਥਿਊਰਮਾਂ ਕੀਤੀਆਂ ਸੀਗੀਆਂ। ਉਹ ਥਿਊਰਮ ਸੀਗੀ ਜਨਰਲਾਈਜ਼ਡ ਥਿਊਰਮ ਆਫ ਮੂਵਮੈਂਟਸ। ਉਹ ਕਿਵੇਂ ਸੀ, ਆਪਣੇ ਕੋਲ ਜੋ ਸਾਰੇ ਮੂਵਮੈਂਟ ਨੇ ਉਹਨਾਂ ਦਾ ਅਲਜੈਬਰਿਕ ਸਮ ਕਰਾਂਗੇ ਕਿਸੇ ਵੀ ਇੱਕ ਪੁਆਇੰਟ ਦੇ ਅਬਾਊਟ, ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਆਊਗਾ ਅਬਾਊਟ ਦੈਟ ਪੁਆਇੰਟ। ਇਹਦੇ ਉੱਪਰ ਬੇਸਡ ਆਪਾਂ ਨਿਊਮੈਰੀਕਲ ਕਰਵਾਉਣੇ ਨੇ, ਜੋ ਅੱਜ ਨਿਊਮੈਰੀਕਲ ਕਰਵਾਉਣੇ ਕਾਫੀ ਇੰਪੋਰਟੈਂਟ ਨਿਊਮੈਰੀਕਲ ਨੇ, ਅੱਜ ਵੀ ਕਰਵਾਉਣੇ ਤੇ ਕੱਲ ਵੀ ਕਰਵਾਉਣੇ ਨੇ ਇਸ ਉੱਪਰ ਬੇਸਡ। ਉਹ ਨਿਊਮੈਰੀਕਲ ਜਿਹੜੇ ਹੈਗੇ ਨੇ ਉਹਨਾਂ ਵਿੱਚ ਪਿਛਲਾ ਕਨਸੈਪਟ ਵੀ ਆਊਗਾ ਰਿਜ਼ੋਲਵਡ ਪਾਰਟ ਦਾ। ਸੋ ਨਿਊਮੈਰੀਕਲ ਆਪਾਂ ਦੇਖਦੇ ਹਾਂ ਪਹਿਲਾਂ, ਫਿਰ ਕੁਐਸਚਨ ਸੋਲਵ ਕਰਦੇ ਹਾਂ। ਨਿਊਮੈਰੀਕਲ ਹੈਗਾ forces of magnitude 13, 10, 5 kilogram weight act along the side BC, CA and AB of an equilateral triangle ABC. Find the resultant and the point where the line of action of the resultant meets BC. So diagram ਸਮਝਦੇ ਆ ਪਹਿਲਾਂ ਕੀ ਹੈ diagram ਦੇ ਵਿੱਚ। A B C ਇਹ ट्रायंगल है अपने इक्विलेटरल ट्रायंगल। ये BC अलॉन्ग लग रही है 13 किलोग्राम वेट दी फोर्स, CA अलॉन्ग लग रही हैगी आ 10 किलोग्राम वेट, AB अलॉन्ग लग रही हैगी आ 5 किलोग्राम वेट। ये फोर्सेस लग रही है उपर ते आपां ने इहदा रिजल्टेंट फाइंड करना पहला। ਹੁਣ ਇਹ ਰਿਜ਼ਲਟੈਂਟ ਵਾਲਾ ਕਨਸੈਪਟ ਆਪਾਂ ਨੇ ਪਹਿਲਾਂ ਇਹਦਾ ਫਾਈਂਡ ਦਾ ਰਿਜ਼ਲਟੈਂਟ, ਪਹਿਲਾਂ ਆਪਾਂ ਇਹ ਫਾਈਂਡ ਕਰਨਾ ਕਿ ਫਾਈਂਡ ਦਾ ਰਿਜ਼ਲਟੈਂਟ, ਕਿ ਰਿਜ਼ਲਟੈਂਟ ਕਿੰਨਾ ਆਊਗਾ, ਇਹ ਫਾਈਂਡ ਕਰਨਾ ਪਹਿਲਾਂ ਆਪਾਂ ਨੇ। ਸੋ ਦੇਖੋ ਧਿਆਨ ਨਾਲ, ਇਹ ਰਿਜ਼ਲਟੈਂਟ ਵਾਲਾ ਪਾਰਟ ਇਹ ਪਿਛਲੇ ਚੈਪਟਰ ਦਾ ਕੰਮ ਆ। ਜਿਵੇਂ ਆਪਾਂ 3rd ਚੈਪਟਰ ਕੀਤਾ ਸੀ, ਫੋਰਸਿਸ ਐਕਟਿੰਗ, ਐਨੀ ਨੰਬਰ ਆਫ ਫੋਰਸਿਸ ਐਕਟਿੰਗ ਐਟ ਅ ਪੁਆਇੰਟ। ਜਿਹਨੇ ਨਹੀਂ ਪਤਾ ਹੈਗਾ ਪਹਿਲਾਂ ਲੈਕਚਰ ਸੁਣ ਲਓ, ਫਿਰ ਇਹ ਕੁਐਸਚਨ ਦੇਖ ਲਿਓ। ਤੇ ਉਹਦੇ ਵਿੱਚ ਆਪਾਂ ਰਿਜ਼ਲਟੈਂਟ ਫਾਈਂਡ ਕੀਤਾ ਸੀ, ਪਹਿਲਾਂ x ਕੱਢਿਆ ਸੀ, ਯਾਦ ਹੋਵੇ ਜਿਨ੍ਹਾਂ ਨੂੰ ਪਤਾ ਹੋਵੇ। ਆਪਾਂ x ਐਕਸਿਸ y ਐਕਸਿਸ ਦੋ ਡਾਇਰੈਕਸ਼ਨਾਂ ਮੰਨਿਆ ਸੀ, ਫਿਰ x ਕੱਢਿਆ ਸੀ, y ਕੱਢਿਆ ਸੀਗਾ, ਉਹ ਕਰਕੇ ਉਹ ਚ ਆਪਾਂ r ਫਾਈਂਡ ਕੀਤਾ ਸੀਗਾ। ਉਹੀ ਕਨਸੈਪਟ ਇਹਦੇ ਚ ਕਰਨ ਲੱਗੇ ਆ। ਪਹਿਲਾਂ ਉਹ ਕਨਸੈਪਟ ਆਊਗਾ, ਉਹ ਕਿਵੇਂ, ਉਹਦੇ ਚ ਪਹਿਲਾਂ ਆਪਾਂ x ਐਕਸਿਸ y ਐਕਸਿਸ ਸਪੋਜ਼ ਕਰਨੀ ਹੁੰਦੀ ਆ। ਇਹ ਆਪਾਂ x ਐਕਸਿਸ ਸਪੋਜ਼ ਕਰ ਲਈ ਜੀ, ਇਹ ਆਪਾਂ ਨੇ y ਐਕਸਿਸ ਸਪੋਜ਼ ਕਰ, ਲੈਟ ਕਰ ਲਿਆ ਆਪਾਂ ਨੇ। ਲੈਟ x ਐਕਸਿਸ ਮੰਨੀ ਹੈਗੀ ਆ ਅਲੋਂਗ BC ਤੇ y ਐਕਸਿਸ ਮੰਨੀ ਹੈਗੀ ਆਪਾਂ ਨੇ ਪਰਪੈਂਡੀਕੂਲਰ ਟੂ BC। y ਐਕਸਿਸ ਜਿਹੜੀ ਹੈ ਉਹ BC ਦੇ ਪਰਪੈਂਡੀਕੂਲਰ ਮੰਨੀ ਹੈ ਆਪਾਂ ਨੇ। ਹੁਣ ਇਸ ਤੋਂ ਬਾਅਦ ਜੇ ਯਾਦ ਹੋਵੇ, ਇੱਥੇ ਆਪਾਂ ਰਿਜ਼ਲਟੈਂਟ ਡਰਾ ਕਰਦੇ ਥੋੜਾ ਜਿਹਾ ਦਿਖਾਉਣ ਵਾਸਤੇ। ਰਿਜ਼ਲਟੈਂਟ ਐਂਗਲ ਥੀਟਾ ਹੈਗਾ, ਇਹਦੇ ਚ ਆਪਾਂ ਨੇ ਉਵੇਂ ਅਲੋਂਗ x ਐਕਸਿਸ ਅਲੋਂਗ ਆਪਾਂ ਰਿਜ਼ੋਲਵਡ ਪਾਰਟ ਕੱਢ ਰਹੇ ਹੈਗੇ। x ਐਕਸਿਸ ਅਲੋਂਗ ਆਪਾਂ ਰਿਜ਼ੋਲਵਡ ਪਾਰਟ ਕੱਢ ਰਹੇ ਤੇ ਇਹ ਰਿਜ਼ੋਲਵਡ ਪਾਰਟ ਜਿਹੜੇ ਹੈਗੇ ਨੇ, x ਲਿਆ ਪਹਿਲਾਂ, ਇਹ ਪਿਛਲਾ ਕੰਮ ਆ ਸਾਰਾ। ਜੇ ਧਿਆਨ ਚ ਚੰਗੀ ਗੱਲ ਇਹਦਾ ਪਿਛਲੇ ਲੈਕਚਰ ਸੁਣ ਲਓ, ਜਿਹੜੇ ਪਿਛਲੇ ਲੈਕਚਰ ਲਾਏ ਨੇ ਤੁਹਾਨੂੰ ਕਨਸੈਪਟ ਯਾਦ ਆ ਜਾਊਗਾ। x ਸੀਗਾ ਆਪਣੇ ਕੋਲ r cos ਥੀਟਾ, x ਆਪਣੇ ਕੋਲ r cos ਥੀਟਾ ਹੋ ਗਿਆ। ਤੇ ਇਹ ਟ੍ਰਾਇੰਗਲ ਆਪਾਂ ਨੂੰ ਦਿੱਤਾ ਹੈਗਾ ਇਕੁਇਲੇਟਰ ਟ੍ਰਾਇੰਗਲ ਆ, ਇਹ ਐਂਗਲ ਸਾਰੇ 60 ਹੋਣਗੇ। ਉਹ ਥੋੜਾ ਮੈਂ ਤੇਜ਼ ਕਰੂੰਗਾ ਕਿਉਂਕਿ ਕੰਮ ਪੁਰਾਣਾ ਕੀਤਾ ਹੋਇਆ ਜੀ, ਜਿਹੜੀ ਸਪੀਡ ਮੈਂ ਤੇਜ਼ ਕਰੂੰਗਾ ਇਹ ਚ। ਇਹ ਆਊਗਾ 13 cos 0, ਐਂਗਲ 0 ਬਣਦਾ। ਇਹ 60 ਐਂਗਲ ਬਣਦਾ ਹੈਗਾ 10 cos 60, ਡਾਇਰੈਕਸ਼ਨ ਆਪੋਜ਼ਿਟ ਆ, ਨੈਗੇਟਿਵ ਆ ਜਾਏਗਾ। ਇਹਦਾ ਆਪਾਂ ਕੀਤਾ ਸੀਗਾ ਨਾ, ਪਿੱਛੇ ਪ੍ਰੋਡਿਊਸ ਕਰ ਲਓ ਜੀ, ਅੱਗੇ ਲੈ ਜਾਓ, ਸੌਰੀ ਅੱਗੇ ਲੈ ਜਾਓ 5। ਇਹ ਐਂਗਲ ਵਰਟੀਕਲੀ ਆਪੋਜ਼ਿਟ ਹੋਣਗੇ, 60 ਹੋਊਗਾ ਵੀ। ਤਾਂ ਇਹ ਆ ਗਿਆ ਆਪਣੇ ਕੋਲ ਮਾਈਨਸ 5 cos 60, ਮਾਈਨਸ ਤਾਂ ਪਾਇਆ ਡਾਇਰੈਕਸ਼ਨ ਦੂਜੇ ਪਾਸੇ। ਇਹਨੂੰ ਸੋਲਵ ਕਰ ਲਵਾਂਗੇ। 13 10 ਹਾਫ ਆ ਗਿਆ, ਇਹ ਵੀ ਹਾਫ ਆ ਗਿਆ, ਦੇਖ ਲਓ ਕਿੰਨਾ ਆਏਗਾ
26 11/2 बन जाएगा। 26 - 15 11/2। ਇਹ ਨੰਬਰਿੰਗ 1 ਪਾ ਲੈਨੇ ਆ। ਇਹਦੀ ਬਿਲਕੁਲ ਸੇਮ y ਕੱਢਾਂਗੇ ਆਪਾਂ। y ਕੀ ਹੁੰਦਾ ਹੈਗਾ r sin ਥੀਟਾ। ਇਹ ਸਾਰਿਆਂ ਦੇ ਲੱਭਣੇ ਆ ਆਪਾਂ ਨੇ। ਪਹਿਲਾਂ ਫੋਰਸ ਲਈ ਐਂਗਲ ਕਿੰਨਾ ਬਣਦਾ 90। ਜਿੰਨਾ ਐਂਗਲ ਬਣਦਾ ਹੋਵੇ ਉਹ cos ਵਾਲਾ ਪਾਰਟ ਹੋਊਗਾ 13 cos 90। ਹੁਣ ਐਂਗਲ ਆ ਲੈ ਰਹੇ ਆ, ਲੱਭ ਆਹ ਵਾਲਾ ਪਾਰਟ ਰਹੇ ਆਪਾਂ। ਜਿਹੜਾ ਐਂਗਲ ਲੈ ਰਹੇ ਹੋਵੇ ਲਈਏ ਉਹ ਵਾਲਾ ਪਾਰਟ ਕੱਢੀਏ cos ਵਾਲਾ ਹੁੰਦਾ। ਜੇ ਐਂਗਲ ਦਾ ਦੂਸਰਾ ਪਾਰਟ ਕੱਢਣਾ ਉਹ ਸਾइन ਵਾਲਾ ਹੁੰਦਾ। ਇਹ ਆਊਗਾ 10 sin 60। डायरेक्शन पॉजिटिव आएगी जी। सेम वाई एक्स लॉन्ग जा रहा है भी। ਇਹਦਾ ਕਰਾਂਗੇ ਆਪਾਂ। ਐਂਗਲ ਇਹ ਆ ਪਕੜਨਾ ਪਾਰਟ ਇਹ ਵਾਲਾ ਆਪਾਂ ਨੇ ਤਾਂ ਸਾइन ਵਾਲਾ ਪਾਰਟ ਆਊਗਾ 5 sin 60। डायरेक्शन ਕੀ ਹੈ ਨੀਚੇ ਨੂੰ ਆਪੋजिट ਆ ਗਈ। ਇਹ ਸਾਰਾ ਕੰਮ ਪਹਿਲਾਂ ਆਪਾਂ ਨੇ ਕਰਿਆ ਹੈ ਤਾਂ ਮੈਂ ਥੋੜਾ ਤੇਜ਼ ਕਰਵਾ ਰਿਹਾ। ਇਹ ਆ ਗਿਆ cos 90 0 ਹੋ ਜਾਏਗਾ। sin 60 √3/2 minus 5 √3/2। ਇਹ ਆ ਗਿਆ 5 √3/2। ਹੁਣ ਧਿਆਨ ਚ ਹੋਵੇ r ਕਿਵੇਂ ਕੱਢਣਾ ਹੁੰਦਾ। ਸਕੇਅਰਿੰਗ ਐਡਿੰਗ ਕਰਨੀ ਹੁੰਦੀ ਹੈ। ਸਕੇਅਰਿੰਗ ਐਂਡ एडिंग 1 and 2। cos के sin के 1 हो जाएगा वो r स्क्वायर पाने ਆਪਾਂ ਪਹਿਲਾਂ ਵਾਂਗੂ ਹੀ ਹੈ। ਇਹਦਾ ਆ ਗਿਆ 121/4। ਇਹ 75/4 ਆ ਗਿਆ। 196/4। ਇਹ ਆ ਗਿਆ 49। ਤਾਂ ਇੱਥੋਂ r ਆ ਗਿਆ ਆਪਣਾ 7 यूनिट ਕੀ ਸੀਗੇ किलोग्राम वेट यूनिट ਆਪਾਂ ਉਦੋਂ ਪਾਤੇ। ਇਹ ਆਪਣਾ r ਨਿਕਲ ਗਿਆ ਰਿਜ਼ਲਟ। ਥੀਟਾ ਵੀ ਕੱਢਦੇ ਸੀ ਆਪਾਂ, ਨਾਲ ਥੀਟਾ ਵੀ ਕੱਢਾਂਗੇ ਇਹ ਚ। ਇਹ ਮੈਂ ਸਾਈਡ ਤੇ ਪਾ ਰਿਹਾ। ਡਿਵਾਈਡ 2/1। ਇਹ 2 ਉੱਪਰ ਰੱਖਾਂਗੇ 1 ਨੀਚੇ ਤਾਂ ਜੋ sin upon cos tan ਬਣ ਜੇ। ਇਹ ਆ ਜਾਏਗਾ r sin थीटा बटा r cos थीटा is equals to r sin theta 5 √3 upon 2 बटा 11/2। ਤਾਂ थीटा आ जाएगा उधर जाके tan इनवर्स 5 √3/11। ਇਹ ਰਿਜ਼ਲਟੈਂਟ ਹੋ ਗਿਆ। ਰਿਜ਼ਲਟੈਂਟ ਚ ਆਪਾਂ ਰਿਜ਼ਲਟੈਂਟ ਹੀ ਫਾਈਂਡ ਕਰਨਾ ਹੁੰਦਾ, ਨਾਲ ਐਂਗਲ ਹੀ ਫਾਈਂਡ ਕਰਨਾ ਹੁੰਦਾ। ਇਹ ਰਿਜ਼ਲਟੈਂਟ ਇਹ ਫਸਟ ਪਾਰਟ। ਇਹ ਸਾਰਾ ਪਾਰਟ ਜੋ ਹੈ ਇਹ ਪਿਛਲਾ ਤਾਂ ਥੋੜਾ ਤੇਜ਼ ਕਰਵਾਇਆ। ਜੇ ਆਉਂਦਾ ਚੰਗੀ ਗੱਲ ਆ, ਨਹੀਂ ਆਉਂਦਾ ਤਾਂ ਪਿਛਲੇ ਲੈਕਚਰ ਸੁਣ ਲਿਓ। ਹੁਣ ਨੈਕਸਟ ਪਾਰਟ ਕਰਨਾ ਜਿਹੜਾ ਮੂਵਮੈਂਟ ਵਾਲਾ ਕਨਸੈਪਟ ਇਹਦੇ ਵਿੱਚ ਆਉਣਾ ਹੈਗਾ, ਜਿਸ ਕਰਕੇ ਇਹ ਕੁਐਸਚਨ ਜ਼ਿਆਦਾ ਇੰਪੋਰਟੈਂਟ ਆ। ਉਹਨੇ ਨਾਲ ਦਿੱਤੀ ਹੈ ਸਟੇਟਮੈਂਟ ਦੇ ਵਿੱਚ। ਉਹ ਕੀ ਪੁੱਛਿਆ ਉਹਨਾਂ ਨੇ, and the point where the line of action of the resultant meets PC। ਜਿਹੜੀ ਲਾਈਨ ਆਫ ਐਕਸ਼ਨ ਆ, ਲਾਈਨ ਆਫ ਐਕਸ਼ਨ ਕੀ ਹੁੰਦਾ ਜਿਸ ਲਾਈਨ ਦੇ ਅਲੋਂਗ ਫੋਰਸ ਐਕਸ਼ਨ ਚ ਆ ਰਹੀ ਹੈ, ਜਿਸ ਲਾਈਨ ਦੇ ਅਲੋਂਗ ਫੋਰਸ ਲੱਗ ਰਹੀ ਹੈ ਜਾਂ ਰਿਜ਼ਲਟੈਂਟ ਲੱਗ ਰਿਹਾ, ਇਹ ਰਿਜ਼ਲਟੈਂਟ ਦੀ ਲਾਈਨ ਆਫ ਐਕਸ਼ਨ ਹੋ ਗਈ। ਇਹ BC ਨੂੰ ਕਿਹੜੇ ਪੁਆਇੰਟ ਤੇ ਮੀਟ ਕਰੇਗਾ। मेरा अपना आ रहा है इत्थे मीट करेगा, इत्थे मीट करेगा, इत्थे मीट करेगा, इत्थे कित्थे मीट करेगा। पॉइंट फाइंड करना। जिथे ਆਪਾਂ ਨੇ ਪੁਆਇੰਟ ਫਾਈਂਡ ਕਰਨਾ ਹੋਵੇ ਕਿ ਕਿਹੜੇ ਪੁਆਇੰਟ ਤੇ ਰਿਜ਼ਲਟੈਂਟ ਐਕਟ ਕਰੇਗਾ, ਇਹ ਗੱਲ ਧਿਆਨ ਰੱਖਣੀ, ਨੋਟ ਵੀ ਕਰ ਲਿਓ। ਜਿਹੜਾ ਆਪਾਂ ਪੁਆਇੰਟ ਫਾਈਂਡ ਕਰਨਾ ਹੋਵੇ ਜਿੱਥੋਂ ਰਿਜ਼ਲਟੈਂਟ ਐਕਟ ਕਰੇਗਾ ਲਾਈਨ ਦੇ ਅਲੋਂਗ, ਉੱਥੇ ਆਪਾਂ ਨੇ ਮੂਵਮੈਂਟ ਵਾਲਾ ਕਨਸੈਪਟ ਯੂਜ਼ ਕਰਨਾ। ਮੂਵਮੈਂਟ ਦਾ ਕਨਸੈਪਟ ਯੂਜ਼ ਕਰਨਾ ਉੱਥੇ, ਪਹਿਲੀ ਗੱਲ। ਦੂਸਰੀ ਗੱਲ ਇਹਦੇ ਵਿੱਚ ਇਹ ਗੱਲ ਧਿਆਨ ਰੱਖਣੀ ਹੈ ਕਿ ਜਿਸ ਲਾਈਨ ਦੇ ਅਲੋਂਗ ਆਪਾਂ ਰਿਜ਼ਲਟੈਂਟ ਐਕਟ ਕਰਾਉਣਾ ਹੈਗਾ, ਜਿਸ ਲਾਈਨ ਦੇ ਅਲੋਂਗ ਆਪਾਂ ਰਿਜ਼ਲਟੈਂਟ ਐਕਟ ਕਰਾਉਣਾ ਹੈਗਾ, ਉਹ ਲਾਈਨ ਦੇ ਅਲੋਂਗ ਉਹ ਲਾਈਨ ਨੂੰ ਆਪਾਂ ਐਕਸ ਐਕਸਿਸ ਮੰਗਣੀ ਹੈ। ਇਹ ਗੱਲ ਯਾਦ ਰੱਖਣੀ ਹੈ। ਉਸ ਲਾਈਨ ਨੂੰ ਆਪਾਂ ਹਮੇਸ਼ਾ ਐਕਸ ਐਕਸਿਸ ਮੰਨਣਾ ਹੈਗਾ, ਜਿਹੜੀ ਲਾਈਨ ਦੇ ਅਲੋਂਗ ਆਪਾਂ ਨੇ ਐਕਟ ਕਰਾਉਣਾ ਹੈਗਾ।
ਇਹਦੇ ਵਿੱਚ ਆਪਾਂ BC ਦੇ ਅਲੋਂਗ ਐਕਟ ਕਰਾਉਣਾ ਤਾਂ BC ਨੂੰ ਆਪਾਂ ਕੀ ਮੰਨਾਂਗੇ, x ਐਕਸਿਸ ਮੰਨਾਂਗੇ। ਇਹ ਦੋ ਗੱਲਾਂ ਧਿਆਨ ਰੱਖਣੀਆਂ ਨੇ। ਪਹਿਲੀ ਗੱਲ, ਜਿੱਥੇ ਪੁਆਇੰਟ ਫਾਈਂਡ ਕਰਨਾ ਹੈ, ਕਿਹੜੇ ਪੁਆਇੰਟ ਤੇ ਰਿਜ਼ਲਟੈਂਟ ਐਕਟ ਕਰੇਗਾ, ਉਹਨੂੰ ਆਪਾਂ ਨੇ ਮੂਵਮੈਂਟ ਨਾਲ ਕਰਨਾ ਹੈਗਾ, ਤੇ ਜਿਸ ਲਾਈਨ ਦੇ ਅਲੋਂਗ ਆਪਾਂ ਰਿਜ਼ਲਟੈਂਟ ਲਾਉਣਾ ਹੈਗਾ ਜੀ, ਉਹਨੂੰ ਆਪਾਂ x ਐਕਸਿਸ ਮੰਨਣਾ। ਇਹ ਗੱਲ ਧਿਆਨ ਰੱਖਣੀ ਹੈ। BC x ਐਕਸਿਸ ਕਿਉਂ ਲਈ ਆ, ਬਿਕੋਜ਼ BC ਦੇ ਉੱਪਰ ਆਪਾਂ ਲੱਭਣਾ ਲਾਈਨ ਆਫ ਐਕਸ਼ਨ। ਇਹ ਗੱਲ ਧਿਆਨ ਰੱਖਣੀ ਹੈ। ਸੋ ਮੈਂ ਡਾਇਗਰਾਮ, ਇਹ ਪਹਿਲੇ ਪਾਰਟ ਡਾਇਗਰਾਮ ਸੀਗੇ, ਸੈਕੰਡ ਪਾਰਟ ਵਾਸਤੇ ਡਾਇਗਰਾਮ ਅਲੱਗ ਬਣਾ ਰਹੇ ਹਾਂ। ਡਾਇਗਰਾਮ ਦੁਆਰਾ ਬਣਾਉਣੇ ਸੈਕੰਡ ਪਾਰਟ ਵਾਸਤੇ। ਸੈਕੰਡ ਪਾਰਟ ਮੂਵਮੈਂਟ ਵਾਲਾ ਕੰਸੈਪਟ ਆ, ਫਿਰ ਉਹ ਧਿਆਨ ਨਾਲ ਦੇਖਾਂਗੇ ਆਪਾਂ ਕਿ ਇਹ ਪਾਰਟ ਕਰਨਾ ਕਿਵੇਂ। ਮੇਨ ਟ੍ਰਿਗੋਨੋਮੈਟਰੀ ਯੂਜ਼ ਹੋਣੀ ਹੈ ਬਸ, ਉਹਦੇ ਕਰਕੇ ਥੋੜਾ ਮੇਨ ਥੋੜਾ ਲੰਬਾ ਜਾਊਗਾ। ਬਾਕੀ ਮੂਵਮੈਂਟ ਕੱਢਣਾ ਕਿਵੇਂ ਹੁੰਦਾ ਉਹਦਾ ਧਿਆਨ ਚ ਹੋਊਗਾ, ਫੋਰਸ ਇਨਟੂ ਡਿਸਟੈਂਸ ਉਹ ਮੂਵਮੈਂਟ ਹੁੰਦਾ। ਇਹ ਐਂਗਲ ਸਾਰੇ 60 ਨੇ, ਇਹ 60 ਇਹ 60। ਹੁਣ ਰਿਜ਼ਲਟੈਂਟ ਕਿੱਥੇ ਐਕਟ ਕਰੂ ਪਤਾ ਨਹੀਂ ਨਾ। ਰਿਜ਼ਲਟੈਂਟ ਆਪਾਂ ਜੋ ਹੈਗਾ ਉਹ ਇੱਥੇ ਕਿਤੇ ਮੰਨ ਲਿਆ, ABC ਆ D ਪੁਆਇੰਟ ਤੇ ਆਪਾਂ ਰਿਜ਼ਲਟੈਂਟ ਮੰਨ ਲਿਆ, ਵੈਸੇ ਹੀ ਮੰਨ ਲਿਆ। ਆ ਲੱਭਣਾ D ਪੁਆਇੰਟ ਆਪਾਂ ਨੇ। ਤਾਂ ਪਹਿਲੀ ਗੱਲ x ਐਕਸਿਸ y ਐਕਸਿਸ ਡਿਸਾਈਡ ਕਰ ਲਈ ਆਪਾਂ ਕਿ ਜਿਹਦੇ ਅਲੋਂਗ ਆਪਾਂ ਨੇ ਰਿਜ਼ਲਟੈਂਟ ਲੱਭਣਾ ਹੈਗਾ, ਕਿ ਜਿਸ ਲਾਈਨ ਨੂੰ ਰਿਜ਼ਲਟੈਂਟ ਕੱਟ ਕਰ ਰਿਹਾ ਹੈਗਾ ਜਾਂ ਜਿਸ ਲਾਈਨ ਦੇ ਉੱਪਰ ਆਪਾਂ ਪੁਆਇੰਟ ਲੱਭਣਾ ਹੈਗਾ ਉਹਨੂੰ x ਐਕਸਿਸ ਮੰਨਣੀ ਆ, ਦੂਜੀ ਪਰਪੈਂਡੀਕੁਲਰ ਹੋ ਜਾਏਗੀ। ਜਿੱਥੇ x ਐਕਸਿਸ y ਐਕਸਿਸ ਮੀਟ ਕਰਨਗੀਆਂ ਇਹ ਓਰੀਜਨ ਲੈਣਾ ਆਪਾਂ, ਇਹਨੂੰ ਓਰੀਜਨ ਮੰਨ ਲਿਆ। ਆਹ ਡਿਸਟੈਂਸ ਜਿਹੜਾ ਹੈਗਾ BD ਸਾਰਾ, ਇਹ ਡਿਸਟੈਂਸ ਆਪਾਂ A ਸਪੋਜ਼ ਕਰ ਲਿਆ। ਆਹ ਪੁਆਇੰਟ ਕਿੰਨਾ ਹੋ ਜਾਊਗਾ, A,0। ਇਹ ਤਰੀਕਾ ਸਾਰਾ ਧਿਆਨ ਰੱਖਣਾ, ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਜੀ। ਆਪਾਂ ਲੱਭਣਾ ਆ A ਡਿਸਟੈਂਸ ਫਾਈਂਡ ਕਰਨਾ ਕਿ A ਡਿਸਟੈਂਸ ਕਿੰਨਾ ਹੋਊਗਾ, ਤੇ ਆਹ ਡਿਸਟੈਂਸ ਸਾਈਡ ਦਿੱਤੀ ਨਹੀਂ ਹੋਈ ਆਪਾਂ ਨੂੰ, ਟ੍ਰਾਇੰਗਲ ਦੀ ਸਾਈਡ ਵੀ ਚਾਹੀਦੀ ਹੋਊਗੀ। ਕਿਉਂ ਚਾਹੀਦੀ ਹੋਊਗੀ ਉਹ ਦੇਖਦੇ ਹਾਂ ਆਪਾਂ। ਇਹਨੂੰ B ਮੰਨ ਲਓ। ਜੋ ਇਹ A ਕਿਉਂ ਮੰਨਿਆ ਆਪਾਂ ਨੇ, ਬਿਕੋਜ਼ ਇਹ ਤਾਂ ਲੱਭਣਾ ਆਪਾਂ ਕੀ ਦੱਸਣਾ ਕਿ ਰਿਜ਼ਲਟੈਂਟ ਕਿੱਥੇ ਐਕਟ ਕਰ ਰਿਹਾ। ਆਹ ਸਾਈਡ ਦੀ ਲੋਡ ਪੈਣੀ ਆ ਆਪਾਂ, ਤਾਂ ਇਹਨੂੰ B ਮੰਨ ਲਿਆ ਆਪਾਂ ਨੇ। ਇਹ ਲੋਡ ਕਿਵੇਂ ਪਏਗੀ ਲੱਗ ਜੂ ਪਤਾ। ਹੁਣ ਇਹਦੇ ਅਲੋਂਗ ਫੋਰਸ ਸੀਗੀ 13, ਇਹਦੇ ਅਲੋਂਗ ਸੀਗੀ 5, ਇਹਦੇ ਅਲੋਂਗ BC CA ਅਲੋਂਗ ਸੀਗੀ 10 ਸੀ, ਸੌਰੀ ਇਹ 10 ਸੀ, ਇੱਧਰ 5 ਸੀ। ਹੁਣ ਧਿਆਨ ਦਿਓ, ਇਹਦੇ ਵਿੱਚ ਆਪਾਂ ਯੂਜ਼ ਕਰਨੀ ਹੈਗੀ ਆ ਜਨਰਲਾਈਜ਼ਡ ਥਿਊਰਮ ਆਫ ਮੂਵਮੈਂਟ। ਉਹ ਕਿਵੇਂ ਸੀਗੀ ਕਿ ਤਿੰਨੇ ਮੂਵਮੈਂਟ ਦਾ ਕੱਢ ਕੇ, ਕਿਸੇ ਇੱਕ ਪੁਆਇੰਟ ਦੇ ਅਬਾਊਟ ਕੱਢ ਕੇ ਉਹਦਾ ਫਿਰ ਅਲਜੈਬਰਾਇਕ ਸਮ ਕਰਾਂਗੇ ਔਰ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਹੋਊਗਾ। ਸਭ ਤੋਂ ਮੇਨ ਗੱਲ ਇਹਦੇ ਵਿੱਚ ਇਹ ਆਊਗੀ ਕਿ ਆਪਾਂ ਪੁਆਇੰਟ ਕਿਹੜਾ ਚੂਜ਼ ਕਰਨਾ ਹੈਗਾ ਕਿ ਜਿਹਦੇ ਅਬਾਊਟ ਮੂਵਮੈਂਟ ਕੱਢੀਏ, ਕੰਮ ਸੌਖਾ ਹੋਵੇ ਆਪਣਾ। ਤਾਂ ਪੁਆਇੰਟ ਦੋ ਗੱਲਾਂ ਨੇ, ਪੁਆਇੰਟ ਉਹਦੇ ਅਬਾਊਟ ਉਹ ਪੁਆਇੰਟ ਆਪਾਂ ਚੂਜ਼ ਕਰਨਾ ਹੈਗਾ ਜਿਹਦੇ ਚੋਂ ਵੱਧ ਤੋਂ ਵੱਧ ਫੋਰਸਾਂ ਨਿਕਲ ਰਹੀਆਂ ਹੋਣਗੀਆਂ। ਉਹਦਾ ਫਾਇਦਾ ਕੀ ਹੋਊਗਾ, ਇਹ ਪਹਿਲਾਂ ਕੀਤਾ ਹੋਇਆ, ਜੇ ਮੂਵਮੈਂਟ ਅਬਾਊਟ B ਕੱਢਾਂਗੇ ਤਾਂ ਆ ਵੀ 0 ਹੋ ਜਾਊਗਾ, ਆ ਵੀ 0 ਹੋ ਜਾਊਗਾ, ਡਿਸਟੈਂਸ 0 ਹੋ ਜਾਏਗਾ ਨਾ। ਜਿਹੜੇ ਪੁਆਇੰਟ ਦੇ ਅਬਾਊਟ ਮੂਵਮੈਂਟ ਕੱਢਣਾ ਉਹਦੇ ਵਿੱਚ ਹੀ ਫੋਰਸ ਨਿਕਲ ਰਹੀ ਹੋਵੇ, ਡਿਸਟੈਂਸ 0 ਹੋ ਜਾਊਗਾ, ਡਿਸਟੈਂਸ ਔਖਾ ਨਿਕਲ ਜੂ, ਐਂ ਕਹ ਲਓ। ਇਹ ਪੁਆਇੰਟ ਤੋਂ ਕੱਢਾਂਗੇ ਉਹਦੇ ਵੀ ਡਿਸਟੈਂਸ 0 ਹੋਊਗਾ, ਉਹਦੇ ਡਿਸਟੈਂਸ 0 ਹੋਊਗਾ, ਡਿਸਟੈਂਸ ਔਖਾ 0 ਹੋ ਗਿਆ, ਉਹ ਫਿਰ ਆ ਦੋਨੇ 0 ਹੋ ਜਾਣਗੇ, ਬਸ ਕੱਲਾ ਰਹਿ ਜਾਊਗਾ। ਇੱਕ ਤਾਂ ਤਰੀਕਾ ਇਹ ਹੈ ਕਿ ਜਿਹਦੇ ਵਿੱਚੋਂ ਵੱਧ ਤੋਂ ਵੱਧ ਫੋਰਸਾਂ ਨਿਕਲ ਰਹੀਆਂ ਹੋਣ ਉਹ ਪੁਆਇੰਟ ਆਪਾਂ ਲੈਣਾ ਹੁੰਦਾ, ਉਹਦੇ ਅਬਾਊਟ ਮੂਵਮੈਂਟ ਕੱਢਣਾ, ਜਾਂ ਉਹ ਪੁਆਇੰਟ ਲੈਣਾ ਆਪਾਂ ਜਿਹਦੇ ਅਬਾਊਟ ਡਿਸਟੈਂਸ ਕੱਢਣਾ ਸੌਖਾ ਹੋਵੇ, ਜਿਹਦੇ ਅਬਾਊਟ ਡਿਸਟੈਂਸ ਕੱਢਣਾ ਸੌਖਾ। ਦੋ ਗੱਲਾਂ ਨੇ, ਨੋਟ ਕਰ ਲਿਓ, ਕਿਉਂਕਿ ਮੇਨ ਡਿਸਟੈਂਸ ਹੀ ਹੁੰਦਾ ਨਾ। ਮੂਵਮੈਂਟ ਕੱਢੋਗੇ, ਦੇਖੋ ਮੂਵਮੈਂਟ ਕੱਢਣਾ ਮਤਲਬ ਇਸ ਫੋਰਸ ਦਾ ਪਤਾ ਹੀ ਹੋਊਗੀ, ਫੋਰਸ ਇਨਟੂ ਡਿਸਟੈਂਸ ਮੂਵਮੈਂਟ ਹੁੰਦਾ ਨਾ ਆਪਣੇ ਕੋਲ। ਜੇ ਆ ਵੀ ਸੌਖਾ ਨਿਕਲ ਜੇ, ਆ ਵੀ ਸੌਖਾ ਨਿਕਲ ਜੇ, ਮੂਵਮੈਂਟ ਸੌਖਾ ਹੋ ਗਿਆ। ਹੁਣ ਇਹ ਸੌਖਾ ਦਿੱਤਾ ਹੀ ਹੁੰਦਾ ਤਾਂ ਹਮੇਸ਼ਾ ਫੋਰਸ ਦਿੱਤੀ ਹੋਊਗੀ। ਤਾਂ ਜਿਸ ਤਰੀਕੇ ਨਾਲ D ਸੌਖਾ ਨਿਕਲਦਾ ਹੈਗਾ, ਉਹ ਪੁਆਇੰਟ ਲੈਣਾ ਆਪਾਂ, ਉਹਦੇ ਅਬਾਊਟ ਮੂਵਮੈਂਟ ਕਰਨਾ। ਇੱਕ ਤਾਂ ਜਿਹਦੇ ਵਿੱਚੋਂ ਨਿਕਲ ਗਿਆ D 0 ਹੋ ਜਾਊਗਾ, ਜਿਵੇਂ ਇਹ ਫੋਰਸ B ਦੇ ਵਿੱਚੋਂ ਨਿਕਲ ਗਿਆ, D 0 ਹੋਗਾ, D ਸੌਖਾ ਨਿਕਲ ਗਿਆ। ਜਾਂ ਉਹ D ਸੌਖਾ ਨਿਕਲਦਾ ਹੋਵੇ ਤਾਂ ਉਹ ਆਪਾਂ ਨੇ ਉਹਦੇ ਅਬਾਊਟ ਆਪਾਂ ਮੂਵਮੈਂਟ ਕੱਢਣਾ। ਤਾਂ ਮੂਵਮੈਂਟ ਅਬਾਊਟ B ਕੱਢ ਰਹੇ ਹਾਂ ਜੀ।
ਚਲੋ ਆ ਵੀ 0 ਹੋ ਜਾਏਗਾ, ਆ ਵੀ 0 ਹੋ ਜਾਏਗਾ। ਆ ਚਾਹੀਦਾ ਮੂਵਮੈਂਟ ਕਿਵੇਂ ਕੱਢਾਂਗੇ? ਇਸ ਫੋਰਸ ਦਾ ਇਸ ਦੇ ਅਬਾਊਟ ਮੂਵਮੈਂਟ ਕਿਵੇਂ ਕੱਢਾਂਗੇ? ਇੱਥੋਂ ਆਪਾਂ ਪਰਪੈਂਡੀਕੂਲਰ ਡਰਾ ਕਰਾਂਗੇ, ਇੱਥੋਂ ਆਪਾਂ ਪਰਪੈਂਡੀਕੂਲਰ ਡਰਾ ਕਰਾਂਗੇ, ਆਹ ਡਿਸਟੈਂਸ ਕੱਢਾਂਗੇ, ਇਹਨੂੰ ਆਪਾਂ E ਮੰਨ ਲਿਆ। ਇਹ ਪਹਿਲਾਂ ਕਰ ਰਹੇ ਹਾਂ ਤਾਂ ਜੋ ਫਿਰ ਆਪਾਂ ਨੂੰ ਪਤਾ ਲੱਗ ਜਾਏਗੀ ਪਹਿਲਾਂ ਕੀ ਕਰਨਾ ਆਪਾਂ ਨੂੰ। ਹੁਣ ਟ੍ਰਾਇੰਗਲ ਦੇ ਵਿੱਚ ਇਹ ਸਾਰੇ ਗੱਲਾਂ ਪੁਰਾਣੀਆਂ ਨੇ, ਜਿਹੜਾ ਬੱਚਾ ਰੈਗੂਲਰ ਪੜ੍ਹ ਰਿਹਾ ਹੋਊਗਾ ਉਹ ਸੌਖਾ ਵੀ ਲੱਗੂਗਾ, ਅਦਰਵਾਈਜ਼ ਜਿਹੜਾ ਬੱਚਾ ਰੈਗੂਲਰ ਨਹੀਂ ਪੜ੍ਹ ਰਿਹਾ ਉਹਨੂੰ ਕੰਮ ਔਖਾ ਲੱਗੀ ਜਾਣਾ ਹੈਗਾ। ਇਹ ਪੁਰਾਣੀ ਗੱਲਾਂ ਕਿਵੇਂ? ਟ੍ਰਾਇੰਗਲ ਦੇ ਵਿੱਚ ਸਾਈਡ ਕਿਵੇਂ ਲੱਭਣੀ ਹੈ? ਰਾਈਟ ਐਂਗਲ ਟ੍ਰਾਇੰਗਲ 'ਚ ਪਹਿਲਾਂ ਪਿਛਲੇ ਲੈਕਚਰ 'ਚ ਕੀਤਾ ਹੋਇਆ ਆਪਾਂ ਨੇ। ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਇੱਕ ਐਂਗਲ ਪਤਾ ਹੋਵੇ, ਇੱਕ ਕੋਈ ਸਾਈਡ ਪਤਾ ਹੋਵੇ। ਮੰਨ ਲਓ ਆਹ ਸਾਈਡ ਪਤਾ, ਤਾਂ ਬਾਕੀ ਦੋ ਸਾਈਡ ਆਪਾਂ ਕੱਢ ਸਕਦੇ ਹਾਂ ਬਾय ਯੂਜ਼ਿੰਗ ਟ੍ਰਿਗਨੋਮੈਟਰੀ। ਤਾਂ ਇਹ ਸਾਈਡ B ਸਪੋਜ਼ ਕਰ ਲਈ ਆਪਾਂ ਨੇ ਤਾਂ ਜੋ ਇਹ ਸਾਈਡ ਨਿਕਲ ਜਾਏ ਆਪਣੀ। ਚਲੋ ਦੇਖੋ ਅੱਗੇ। ਸੋ ਇਹ ਦਾ ਮੂਵਮੈਂਟ ਆ ਜਾਏਗਾ, ਇਹਦਾ ਵੀ 0 ਹੋ ਗਿਆ, ਇਹਦਾ ਵੀ 0 ਹੋ ਗਿਆ, ਤਿੰਨਾਂ ਦਾ ਮੂਵਮੈਂਟ ਨਿਕਲ ਗਿਆ, ਅਲਜੈਬਰਾਇਕ ਸਮ ਕਰ ਲਵਾਂਗੇ। ਹੁਣ ਆਪਾਂ ਰਿਜ਼ਲਟੈਂਟ ਦਾ ਮੂਵਮੈਂਟ ਹੀ ਕੱਢਣਾ, ਰਿਜ਼ਲਟੈਂਟ ਦਾ ਮੂਵਮੈਂਟ। ਤਾਂ ਫਿਰ ਇਸ ਪੁਆਇੰਟ ਦੇ ਅਬਾਊਟ ਇਹਦਾ ਮੂਵਮੈਂਟ ਕੱਢਣਾ, ਇੱਥੋਂ ਪਰਪੈਂਡੀਕੂਲਰ ਡਰਾ ਕਰਾਂਗੇ। ਪਰਪੈਂਡੀਕੂਲਰ ਡਰਾ ਹੋਣਾ ਨਹੀਂ ਹੈਗਾ, ਪਹਿਲਾਂ ਕੀਤਾ ਹੋਇਆ, ਜੇ ਪਰਪੈਂਡੀਕੂਲਰ ਡਰਾ ਨਾ ਹੋਵੇ ਤਾਂ ਪ੍ਰੋਡਿਊਸ ਕਰ ਆ ਪਰਪੈਂਡੀਕੂਲਰ, ਆ ਡਿਸਟੈਂਸ, ਫੋਰਸ ਇਨਟੂ ਡਿਸਟੈਂਸ, ਇਹਨੂੰ ਆਪਾਂ ਮੰਨ ਲੈਣਾ F। ਫੋਰਸ ਇਨਟੂ ਡਿਸਟੈਂਸ, ਇਹ ਮੂਵਮੈਂਟ ਆ ਜਾਏਗਾ। ਹੁਣ ਇਹ ਡਿਸਟੈਂਸ ਕੱਢਣ ਵਾਸਤੇ ਐਂਗਲ ਤਾਂ ਧਿਆਨ 'ਚ ਹੋਵੇ, ਥੀਟਾ ਮੰਨਿਆ ਸੀ, ਥੀਟਾ ਕੱਢਿਆ ਹੋਇਆ ਆਪਾਂ ਐਂਗਲ, ਜਾਂ ਟੈਨ ਥੀਟਾ ਕੱਢਿਆ ਇਹਦੇ ਪਿਛਲੇ ਪਾਰਟ ਵਿੱਚ ਹੀ। ਸੋ ਐਂਗਲ ਤਾਂ ਆਪਾਂ ਉੱਥੋਂ ਲੈ ਲਵਾਂਗੇ, ਤੇ ਸਾਈਡ ਵੀ ਚਾਹੀਦੀ ਹੈ ਕੋਈ ਹੋਰ। ਇਹ ਸਾਈਡ ਤਾਂ ਹੀ ਆਪਾਂ A ਮੰਨ ਲਈ, ਚਲੋ ਇਹ ਸਾਈਡ ਪਤਾ, A ਟ੍ਰਿਗਨੋਮੈਟਰੀ ਲਾ ਕੇ ਆ ਵੀ ਨਿਕਲ ਜਾਏਗਾ। ਸੋ ਪਹਿਲਾਂ ਕੀ ਕਰਦੇ ਆ ਆਪਾਂ, ਹੁਣ ਇਹਦੀ ਲੋਡ ਪੈਣੀ ਹੈ, ਡਿਸਟੈਂਸ ਦੀ ਇਹ ਲੋਡ ਪੈਣੀ, ਪਰ ਦੋਨੋਂ ਡਿਸਟੈਂਸਿਸ ਕੱਢ ਲੈਣੇ, ਫਿਰ ਬਾਅਦ ਚੋਂ ਆਪਾਂ ਜਨਰਲਾਈਜ਼ ਸਿਰੋਂ ਮੂਵਮੈਂਟ ਲਾਵਾਂਗੇ, ਫਿਰ ਆਪਣਾ ਆਂਸਰ ਉਸ ਹਿਸਾਬ ਨਾਲ ਕੱਢਾਂਗੇ। ਧਿਆਨ ਨਾਲ ਦੇਖ ਲਿਓ ਜੀ ਕੁਐਸਚਨ, ਇੱਕ ਵਾਰੀ ਉਤਾਰ ਲਿਓ, ਫਿਰ ਇੱਕ ਦੋ ਵਾਰੀ ਆਪ ਕਰਕੇ ਦੇਖਿਓ ਕੁਐਸਚਨ। ਇਹ ਇੱਕ ਸਮਝ ਆ ਗਿਆ, ਸਾਰਾ ਕਨਸੈਪਟ ਸਮਝ ਆ ਜਾਏਗਾ। ਕੁਐਸਚਨ ਕੋਈ ਔਖਾ ਨਹੀਂ ਹੈਗਾ, ਬਸ ਟ੍ਰਿਗਨੋਮੈਟਰੀ ਹੈ ਇਹਦੇ ਵਿੱਚ। ਤੁਹਾਡੇ ਜਿੰਨੀ ਤੁਸੀਂ ਮਿਹਨਤ ਪਹਿਲਾਂ ਕੀਤੀ ਹੋਊਗੀ, ਜਿਵੇਂ ਪਿਛਲੇ ਲੈਕਚਰ ਤੋਂ ਜਿੰਨੀ ਤੁਸੀਂ ਮਿਹਨਤ ਕਰ ਰਹੇ ਹੈਗੇ, ਉਸ ਹਿਸਾਬ ਨਾਲ ਤੁਹਾਨੂੰ ਸੌਖਾ ਲੱਗੇਗਾ, ਉਸ ਹਿਸਾਬ ਨਾਲ ਸੌਖਾ ਲੱਗੇਗਾ ਜੀ। ਤਾਂ ਦੇਖੋ ਇਹਦੇ ਵਿੱਚ ਪਹਿਲਾਂ ਆ ਕੱਢ ਰਿਹਾ ਮੈਂ BE ਇਨ ਟ੍ਰਾਇੰਗਲ, ਇਹ ਟ੍ਰਾਇੰਗਲ ਲਿਆ ਆਪਾਂ ਨੇ BEC ਟ੍ਰਾਇੰਗਲ ਲਿਆ BEC। ਇਹ ਦੱਸਿਆ ਜੀ ਸਿੱਧਾ, ਪਿਛਲੇ ਲੈਕਚਰ ਵਿੱਚ ਕਿਹਾ ਸਿੱਧਾ ਕੱਢਣ ਦੀ ਆਦਤ ਪਾਉਣੀ ਆ ਕਿ ਪਰਪੈਂਡੀਕੂਲਰ ਅਪਨ ਹਾਈਪ, ਐਂਗਲ ਸਾਹਮਣੇ ਪਰਪੈਂਡੀਕੂਲਰ ਹੁੰਦਾ, ਪਰਪੈਂਡੀਕੂਲਰ ਅਪਨ ਹਾਈਪੋਟਨਸ ਸਾਈਨ ਹੁੰਦਾ, ਸਿੱਧਾ ਆ ਜਾਊਗਾ BE, ਹਾਈਪੋਟਨਸ ਚੱਕ ਕੇ ਦੂਜੇ ਪਾਸੇ ਲੈ ਜਾਣੀ ਆ B sin 60। ਸਿੱਧਾ ਕੱਢਣ ਦੀ ਆਦਤ ਪਾਉਣੀ ਹੈ, ਪਹਿਲਾਂ ਕਿਹਾ ਸੀਗਾ ਪਰਪੈਂਡੀਕੂਲਰ ਅਪਨ ਹਾਈਪੋਟਨਸ ਸਾਈਨ ਹੋਊਗਾ, B ਚੱਕ ਕੇ ਉਧਰ ਲੈ ਗਏ, ਤਾਂ ਇਹ ਆ ਜਾਏਗਾ ਆਪਣੇ ਕੋਲ √3/2B, ਇਹ BE ਆ ਗਿਆ। ਫਿਰ ਲਿਆ ਆਪਾਂ ਨੇ ਇਨ ਟ੍ਰਾਇੰਗਲ BDF, ਇਹ ਟ੍ਰਾਇੰਗਲ ਲਿਆ ਆਪਾਂ ਨੇ। ਇਹ ਟ੍ਰਾਇੰਗਲ 'ਚ BF ਕੱਢਣਾ, ਹੋਵੇ ਐਂਗਲ ਸਾਹਮਣੇ ਕੀ ਹੁੰਦਾ ਪਰਪੈਂਡੀਕੂਲਰ, ਇਹ ਆ ਗਿਆ BF, ਪਰਪੈਂਡੀਕੂਲਰ ਅਪਨ ਹਾਈਪੋਟਨਸ ਤਾਂ A sin ਥੀਟਾ, ਪਰਪੈਂਡੀਕੂਲਰ ਅਪਨ ਹਾਈਪੋਟਨਸ ਚੱਕ ਕੇ ਉੱਧਰ ਲੈ ਗਏ, sin ਥੀਟਾ ਆ ਗਿਆ। ਹੁਣ ਇਹ ਕੱਢਦੇ ਆ ਆਪਾਂ। ਆਲਸੋ ਦੇਖੋ ਗੌਰ ਨਾਲ, tan ਥੀਟਾ ਕਿੰਨਾ ਗਿਵਨ ਸੀ ਆਪਾਂ ਨੂੰ, ਜਿਹੜਾ ਪਿੱਛੇ ਕੱਢਿਆ ਆਪਾਂ ਨੇ, tan ਥੀਟਾ ਸੀਗਾ ਜੀ 5√3/11। ਸਾਰੀ ਟ੍ਰਿਗਨੋਮੈਟਰੀ ਚੱਲ ਰਹੀ ਹੈਗੀ ਆ 10th ਲੈਵਲ ਦੀ। tan ਪਤਾ ਹੋਵੇ ਕਿ ਬਾਕੀ ਸਾਈਡਾਂ ਕੱਢ ਸਕਦੇ ਆ, ਆਪਾਂ ਕੱਢ ਸਕਦੇ ਆ ਜੀ। ਰਾਈਟ ਐਂਗਲ, ਇਹ ਟ੍ਰਾਇੰਗਲ ਵਿੱਚ ਬਣੇਗਾ, ਇਹ ਥੀਟਾ ਹੋ ਗਿਆ। tan ਹੁੰਦਾ ਹੈਗਾ ਪਰਪੈਂਡੀਕੂਲਰ ਅਪਨ ਬੇਸ, ਪਾਈਥਾਗੋਰਸ ਲਾ ਕੇ ਆਪਾਂ ਹਾਈਪੋਟਨਸ ਕੱਢ ਲਵਾਂਗੇ, ਉਹ ਆਊਗਾ √ ਪਰਪੈਂਡੀਕੂਲਰ ਸਕੁਅਰ ਪਲੱਸ ਬੇਸ ਸਕੁਅਰ, ਇਹ ਆ ਜਾਏਗਾ 14, ਇਹ 14 ਆ ਗਿਆ। ਤਾਂ therefore sin ਥੀਟਾ ਕਿੰਨਾ ਹੋਊਗਾ ਜੀ, ਪਰਪੈਂਡੀਕੂਲਰ ਅਪਨ ਹਾਈਪੋਟਨਸ, ਇਹ sin ਥੀਟਾ ਆ ਗਿਆ। ਸਾਰੀ ਟ੍ਰਿਗਨੋਮੈਟਰੀ ਹੈ ਛੋਟੀ ਕਲਾਸ ਦੀ, ਇਹ sin ਥੀਟਾ ਆ ਗਿਆ। therefore BF ਕਿੰਨਾ ਆ ਜਾਏਗਾ ਆਪਣੇ ਕੋਲ, A sin ਥੀਟਾ ਹੈਗਾ 5√3/14, 5√3/14।
ये BF आ जाएगा अपने को। BF पहला कढ़ लिया, BE भी पहला कढ़ लिया, लोड़ पैनी है मूवमेंट की। हुण आपां लावांगे जनरलाइज थ्योरम ऑफ मूवमेंट्स। ये कड्ढे होए ने आपां इत्थे लिखना ने देव सीधी कहना मूवमेंट अबाउट की कढ़ रहे आपां ओ बी सॉरी बी दे अबाउट मूवमेंट कढ़ रहे हैं। तिन्ने फोर्स से मूवमेंट कढ़ांगे अबाउट बी, ਉਹਦਾ ਅਲਜੈਬਰਿਕ ਸਮ ਕਰਾਂਗੇ और ਰਿਜ਼ਲਟੈਂਟ ਦੇ मूवमेंट ਦੇ ਇਕੁਅਲ ਕਰਕੇ ਉੱਥੋਂ ਸੋਲਵ ਕਰਾਂਗੇ। ਜੋ ਕਰਦੇ ਆਪਾਂ 13 ਦਾ ਕੀਤਾ ਡਿਸਟੈਂਸ 0, 10 ਦਾ ਕੀਤਾ ਪਲੱਸ 10 ਇਨਟੂ डिस्टेंस कितना मन्ने आपां BE। डायरेक्शन चेक कर लो जी, इस पॉइंट के अबाउट घुमाया आपां की आऊगी एंटी क्लॉकवाइज पॉजिटिव लेना। 5 इंटू 0 आ गया, 5 इंटू 0 हो गया जी, इक्वल टू रिजल्टेंट दे मूवमेंट आएगा। रिजल्टेंट आ सीगा R इंटू डिस्टेंस की लिया आपां परपेंडिकुलर BF। डायरेक्शन चेक करो, डायरेक्शन एरिया होगी एंटी क्लॉकवाइज और पॉजिटिव आ गया। बस उन्हें सॉल्व करना आपने। इथों आ जाएगा 10, BE कितना कढ़िया आपने √3/2B। R कितना सी अपने कोल जी, पिछे कढ़िया 7 पिछले पार्ट दे विच। ये BF आपा कढ़िया है जी कितना A 5√3/14। इन्हें सॉल्व कर लो सारा। 7 2 दा 14, 2 2 कट गया, √3 कट गया, 5 2 कट गया, तो B कितना आ गया A सॉरी A आ गया अपने को 2 2। हुण ये प्रॉपर लग गया पता आपां नूं A किहड़ा सीगा कि A ओह डिस्टेंस सीगा जिहदे उपर रिजल्टेंट एक्ट कर रहा, तो ये लग गया कि शो किया B की मन्निया सी आपां साइड ऑफ ट्रायंगल। तो इत्थों शो करता कि रिजल्टेंट किहड़े पॉइंट ते एक्ट करेगा, वो BC नालों डबल होगा। BC आपां B लिया ना, ये BC डिस्टेंस है, BC का डबल उस पॉइंट ते रिजल्टेंट एक्ट करेगा। हुण ये लग गया पता आपां नूं किहड़े पॉइंट ते एक्ट करेगा, ये BC नालों डबल होएगा। ये आपां लिख दिंदे सारा, ये पुछिया उहने। Therefore resultant acts at point D पॉइंट पे एक्ट करेगा सच दैट ये D पॉइंट इदा होगा सच दैट जो BD डिस्टेंस हैगा यह ट्वाइस BC होगा। आ डिस्टेंस सारा A ये ट्वाइस BC होगा। ते D पॉइंट के पर मन्निया D पॉइंट ऑन लिख लियो ऑन BC प्रोड्यूस्ड। जो BC नु आपां ने प्रोड्यूस किया अगे वधाया हैगा उहदे पर D पॉइंट मन्निया सच दैट BD इक्वल टू ट्वाइस BC। हुण ये क्वेश्चन बहुत इंपॉर्टेंट क्यों आ? सब तो वध क्वेश्चन इंपॉर्टेंट उहनूं कहने हैगे जिस च वध तो वध कंसैप्ट होण। ये क्वेश्चन तां ज़्यादा इंपॉर्टेंट मूवमेंट का कंसैप्ट भी आ गया ते पिछले चैप्टर का भी कंसैप्ट आ गया रिजॉल्व पार्ट वाला XY वाला, ये दोनों कंसैप्ट आ गए। इस करके जिहड़ा ये क्वेश्चन है काफ़ी इंपॉर्टेंट है जी। चलो ये नाल दा एक क्वेश्चन मैं होर करवाना हैगा समझाने वास्ते कंसैप्ट। मेन तो यही गल पर ज़्यादा जोर पाना, XY वाला कंसैप्ट तो पहला किया होया, अब मूवमेंट इहदे पर जोर पाना आपां ने। इहनूं रब कर लईए। ये क्वेश्चन काफ़ी इंपॉर्टेंट इस करके कल का लैक्चर भी आपां ये उपर बेस्ड ही न्यूमेरिकल कल परसों 2 लैक्चर लगणगे जी। ये उपर बेस्ड ही आपां न्यूमेरिकल देखांगे। तो क्वेश्चन देखिए फटाफट आपां। ये क्वेश्चन हैगा ABC is an isosceles triangle with whose angle A is 120 degree and forces of magnitude 1, 1 and √3 kilogram weight act along AB, AC, BC. Show that a resultant bisect BC and is parallel to one of the other sides of triangle. डायग्राम बनाने पहला फिर देखते हैं स्टेटमेंट की है।
ਪਹਿਲਾਂ ਇਹ ਗੱਲ ਦੇਖੋ ਕਿ ਰਿਜ਼ਲਟੈਂਟ ਕਿਹਦੇ ਅਲੋਂਗ ਐਕਟ ਕਰਵਾਇਆ, ਉਹਨੇ ਰਿਜ਼ਲਟੈਂਟ ਐਕਟ ਕਰਵਾਇਆ ਹੈਗਾ, ਆਪਾਂ ਸ਼ੋ ਕਰਨਾ ਕਿ ਰਿਜ਼ਲਟੈਂਟ BC ਨੂੰ ਬਾਈਸੈਕਟ ਕਰੇਗਾ। ਜਿਹਦੇ ਲਾਈਨ ਦੇ ਉੱਪਰ ਆਪਾਂ ਰਿਜ਼ਲਟੈਂਟ ਲੱਭਣਾ ਹੋਵੇ ਜੀ ਉਹਨੂੰ ਆਪਾਂ x ਐਕਸਿਸ ਮੰਨਣਾ ਹੁੰਦਾ, ਪਹਿਲਾਂ ਗੱਲ ਕੀਤੀ ਹੈ ਜਿਵੇਂ। ਤਾਂ ਇਹਦੇ ਵਿੱਚ ਆਪਾਂ BC ਨੂੰ ਲਵਾਂਗੇ x ਐਕਸਿਸ, BC ਉੱਪਰ ਦੇਖਣਾ ਜੀ, ਹਾਂਜੀ ABC, ਇਹ ਆਈਸੋਸੈਲਸ ਟ੍ਰਾਇੰਗਲ ਆ। ਆਈਸੋਸੈਲਸ ਟ੍ਰਾਇੰਗਲ ਉਹ ਹੁੰਦਾ ਹੈਗਾ ਜਿਹਦੀਆਂ ਦੋ ਸਾਈਡਾਂ ਬਰਾਬਰ ਹੋਣ ਜਾਂ ਦੋ ਐਂਗਲ ਬਰਾਬਰ ਹੋਣ, ਦੋ ਸਾਈਡਾਂ ਜਾਂ ਦੋ ਐਂਗਲ ਜਿਹੜਾ ਮਰਜ਼ੀ ਕਹਿ ਸਕਦੇ। ਇਹ 120 ਹੈ। ਆਈਸੋਸੈਲਸ ਟ੍ਰਾਇੰਗਲ ਦੇ ਵਿੱਚ ਇਹ ਦੋਨੇ ਐਂਗਲ ਬਰਾਬਰ ਹੁੰਦੇ ਨੇ, ਦੋ ਐਂਗਲ ਬਰਾਬਰ ਕਹਿ ਲਓ ਜਾਂ ਦੋ ਸਾਈਡਾਂ ਬਰਾਬਰ ਕਹਿ ਲਓ, ਇਹ ਦੋਨੇ ਐਂਗਲ ਬਰਾਬਰ ਹੋਣਗੇ ਜੀ। ਇਹ ਦੋ ਐਂਗਲ ਕਿੰਨੇ ਕਿੰਨੇ ਹੋਣਗੇ ਇਹ ਆਪਾਂ ਦਿਮਾਗ ਲਾ ਸਕਦੇ ਹਾਂ, ਜਾਂ ਕੱਢ ਲਓ x ਮੰਨ ਕੇ ਕੱਢ ਲਓ ਜੀ, ਜਾਂ ਸਿੱਧਾ ਦਿਮਾਗ ਲਾ ਲਓ ਕਿ ਇਹ 30 ਦਾ ਹੋਊਗਾ, ਇਹ ਵੀ 30 ਦਾ ਹੋਊਗਾ, ਕਿਉਂਕਿ 30 30 120 ਤਾਂ ਹੀ ਕਰਕੇ ਓਵਰਆਲ 180 ਸਮ ਬਣੇਗਾ ਜੀ। ਚਲੋ ਇਹ ਐਂਗਲ ਦੀ ਗੱਲ ਹੋ ਗਈ। ਦਿੱਤਾ ਕੀ ਹੋਇਆ ਆਪਾਂ ਨੂੰ, AB ਅਲੋਂਗ AB ਤੇ AC ਡਾਇਰੈਕਸ਼ਨਾਂ ਧਿਆਨ ਰੱਖਣੀਆਂ ਹੁੰਦੀਆਂ ਨੇ। AB ਤੇ AC ਅਲੋਂਗ 1 1 ਦੀ ਫੋਰਸ ਲੱਗ ਰਹੀ ਹੈ ਤੇ BC ਅਲੋਂਗ ਫੋਰਸ ਲੱਗ ਰਹੀ ਹੈਗੀ ਆ √3 ਕਿਲੋਗ੍ਰਾਮ weight। ਚਲੋ ਤਾਂ ਹੈਗੀ ਆ, ਦਿੱਤਾ ਹੋਇਆ ਸਾਰਾ ਆਪਾਂ ਨੂੰ। ਫਾਈਂਡ ਰਿਜ਼ਲਟੈਂਟ, ਹੁਣ ਰਿਜ਼ਲਟੈਂਟ ਪਿਛਲਾ ਕੰਮ XY ਵਾਲਾ ਉਹ ਮੈਂ ਫਟਾਫਟ ਕਰ ਲੈਣਾ ਜੀ। ਇਹਨੂੰ ਆਪਾਂ ਉਵੇਂ x ਐਕਸਿਸ ਮੰਨ ਲਿਆ, ਇਹ y ਐਕਸਿਸ ਸਪੋਜ਼ ਕਰ ਲਿਆ, ਆਹ ਫੋਰਸ ਵਧਾ ਲਈ। ਪਿਛਲਾ ਕੰਮ ਆ ਜੀ ਰਿਜ਼ਲਟੈਂਟ ਫਾਈਂਡ ਕਰਨਾ ਹੈਗਾ। ਇਹ ਫਿਰ ਇੱਧਰ ਆਪਾਂ ਰਿਜ਼ਲਟੈਂਟ ਲੈ ਲਿਆ R ਕਿਤੇ ਵੀ, ਇਹ ਥੀਟਾ ਲੈ ਲਿਆ ਪਹਿਲਾਂ ਵਾਂਗੂ ਆ, ਉਵੇਂ ਲੈ ਲਿਆ ਕਿ ਆਪਾਂ ਟੇਕ x ਐਕਸਿਸ ਲਈ ਹੈਗੀ ਆ ਜੀ ਆਪਾਂ ਨੇ ਅਲੋਂਗ BC ਐਂਡ y ਐਕਸਿਸ ਲਈ ਹੈਗੀ ਆ ਪਰਪੈਂਡੀਕੂਲਰ ਟੂ BC, ਇਹ ਆਪਾਂ ਨੇ ਲਈ ਆ। ਇਸ ਤੋਂ ਬਾਅਦ ਹੁਣ ਉਹ ਵੀ XY ਕੱਢ ਲੈਣੇ। x ਕਿੰਨਾ ਹੁੰਦਾ R cos θ, ਇਹ ਕਰ ਰਹੇ ਫਟਾਫਟ √13 √3 ਸੌਰੀ √3 cos 0 ਆ ਗਿਆ ਪਹਿਲਾਂ, ਇਹ ਆ ਗਿਆ, ਇਹ ਵੀ ਨੀਚੇ ਜਾਊਗਾ ਜੀ, ਇਹ ਵੀ ਐਂਗਲ 30, ਇਹ ਬਣੇਗਾ 1 cos 30, ਇਹ ਪਲੱਸ ਹੋ ਜਾਏਗਾ, ਪਿੱਛੇ ਕੰਮ ਸਾਰਾ ਕਰਿਆ ਹੈ ਆਪਾਂ ਨੇ। ਇਹ ਆਊਗਾ -1 cos 30, ਮਾਈਨਸ ਤਾਂ ਆਪਾਂ ਬਿਕੋਜ਼ ਪਿੱਛੇ ਜਾਊਗਾ, ਇਹਦਾ ਕੱਟ ਗਿਆ ਆਪਸ। ਇਹ ਕਿੰਨਾ ਆ ਗਿਆ √3, ਇਹ ਕੰਮ ਸੌਖਾ ਹੋ ਗਿਆ ਜੀ। y r sin θ, ਇਹ ਆਏਗਾ √3 cos 90, ਐਂਗਲ 90 ਬਣਦਾ ਇਹਦਾ ਐਂਗਲ। ਆ ਐਂਗਲ ਲੈ ਰਹੇ ਆ ਵਾਲਾ ਪਾर्ट कर रहे हैं, साइन वाला पार्ट आएगा 1 sin 30, नेगेटिव नीचे आ रहे अगे। ये एंगल ले रहे हैं पार्ट ए वाला काट रहे हैं, वो भी नीचे आ जाएगा -1 sin 30 -half -1। ਉਹ ਵੀ ਸਕੇਅਰਿੰਗ ਐਡਿੰਗ ਕਰ ਲਵਾਂਗੇ ਆਪਾਂ। स्केयरिंग एंड एडिंग की R कितना आ जाएगा R स्केयर 3 + 1 4, तो R कितना आ जाएगा 2, R2 आ जाएगा। इन्हों फिर डिवाइड कर लिया आपने, फिर डिवाइड किया जी R sin θ बटा R cos θ -1/√3, इत्थों आ गया tan θ -1/√3। tan नेगेटिव हुंदा हैगा, सैकेंड कोआर्डिनेट थीटा आ गया, सैकेंड कोआर्डिनेट। ये सारी गल्लां पहलां कीतियां होईयां ने जी, देख लियो। ते ये बनेगा -tan 30। सैकेंड कोआर्डिनेट किद्दां बनदा हुंदा जी, जे 180 चों माइनस करांगे इनू, फिर आपां ने 180 दे विचों माइनस कर लिया। ये पहला किता है सारा। सैकेंड कोआर्डिनेट किद्दां बनेगा 180 चों माइनस करांगे, तो थीटा कितना आ गया अपने को 1
50 डिग्री। ये काफ़ी इंपॉर्टेंट है एंगल कटने। इस टेरोमीटर यूज करिए। चलो ये पुराना काम है सारा, ये सारा काम पुराना हो गया। मतलब अपने को एंगल भी निकल गया, आर भी निकल गया तो एंगल भी निकल गया 150। ਹੁਣ एंगल देख के किवें डिसाइड करांगे आपां, ये आपां ਨੂੰ ਲੱਗ ਗਿਆ पता। एंगल 150 बनाना हैगा, वो किद्दां बनेगा समझा रहा मैं, देखो ध्यान नाल कि एंगल 150 इदां बनेगा जी। रिजल्टेंट इदां होगा 150 एंगल लैके ना, रिजल्टेंट इदां होगा। तो आ एंगल कितना होगा, टोटल 180 हुंदा जी, आ 30 हो गया। तो 30 दोनों एंगल सेम ने। दो एंगल सेम तां हुंदे ने, इहनूं किहा सी आपां ने कॉरस्पोंडिंग एंगल। ये दो एंगल सेम तां होणगे जे लाइनस पैरेलल होणगे। इत्थों लग गया पता कि रिजल्टेंट जो है एक साइड दे पैरेलल, ए साइड दे पैरेलल रिजल्टेंट। स्टेटमेंट विच पुछया कि आपां नूं कि पहला शो करना आपां ने शो दैट रिजल्टेंट बाइसेक्ट का देखते हैं आपां बाद चों, एंड इज पैरेलल टू वन ऑफ द अदर साइड। ये रिजल्टेंट एक साइड दे पैरेलल है भी शो करना, इत्थों शो हो गया पैरेलल, ये कर रहे हैं आपां। ये डायग्राम नहीं बननी, डायग्राम दोबारा बनेगी, एक डायग्राम और बनेगी। समझ के करोगे सारा आप ही हो क्वेश्चन जी, अदरवाइज तुहानूं फिर औखा लगूगा जी। बिना प्रैक्टिस तो गल्लां नहीं समझ आउणी। ये डायग्राम बनाउणी आ कि यह एंगल 30 है ते ये एंगल जिहड़ा आपां रिजल्टेंट दा कढिया हैगा ABC, ये कितना कढिया आपां ने 150। ये एंगल कितना हो गया 30। तो ये डायग्राम बना के आप कहांगे देयरफॉर रिजल्टेंट इज पैरेलल टू AC। एक पार्ट अपना हो गया रिजल्टेंट, ये पैरेलल। सीधा कहना क्यों पैरेलल, बिकॉज एंगल सेम है। अपने वास्ते लिखना लिख लो कि एंगल्स आर सेम देयरफॉर लाइंस आर पैरेलल, अदरवाइज लोड नहीं हैगी लिखने की। सीधा कहांगे पैरेलल। हुण की करना आपां ने, यह रिजल्टेंट शो करना BC नूं बाइसेक्ट करेगा। इदां बनाना आपां ने कि रिजल्टेंट जो हैगा लाइन ऑफ एक्शन ऑफ रिजल्टेंट जो हैगी लाइन, ये BC नूं बाइसेक्ट करेगी। मतलब आ पॉइंट फाइंड करना आपां ने। मान लो जे BC आपां A लै लईए डिस्टेंस, जिहड़ा मर्जी मान लो, इहनूं B मान लीए। जे B नूं आपां शो कर देगी A/2, इत्थों की रिजल्ट आऊगा, B नूं आपां A/2 शो कर दईए, B नूं आपां A/2 शो कर दे, इत्थों रिजल्ट बन जाएगा कि जो लाइन ऑफ एक्शन रिजल्टेंट आ वो मिड पॉइंट ते बाइसेक्ट कर रही है। तो पॉइंट फाइंड करना आपां वाला, जिथे पॉइंट फाइंड करना होगा इत्थे मूवमेंट का कंसैप्ट लावांगे। हुण नवां कंसैप्ट कर रहे हैं आपां मूवमेंट वाला, ये नाल ही कंटिन्यू होगा क्वेश्चन। ते लोड पैनी आपां नूं एंगल ते ओहदी, पिछे वांगू ये सारा उम्मीद करांगे। हुण डायग्राम लग गई पता आपां नूं, डायग्राम किद्दां बनेगी इहदी, रिजल्टेंट किद्दां ड्रॉ हो गया लग गया पता आपां नूं। जिवें चलो 1 पा लईए, ये 1 आ, ये √3। हुण रिजल्टेंट जो हैगा ये लग गया पता आपां नूं किद्दां बनेगा। ये पैरेलल ड्रॉ करना जी, ये रिजल्टेंट ये लग गया पता। ये एंगल भी 30 है, ये एंगल भी 30 है, ये कट चुके हैं। ये एक्स एक्सिस मनी हुई है जी आपां ने, ये वाई एक्सिस मनी हुई है, ओमी है सारा। ये डी पॉइंट मान लिया सी आपां ने। हुण डिस्टेंस कढना देखना कित्थे एक्ट करेगा, पहला वांगू लैट कर लिया BD इक्वल्स टू A मान लो, चाहे B जो मर्जी मान लो। ये लोड पैनी है तां मन्ने आपां ने, BC लोड पैनी हैगी है तो BC नूं आपां ने D मान, पहला वांगू सारा। मूवमेंट कढांगे, मूवमेंट अबाउट किहड़ा पॉइंट लवांगे आपां, O B सॉरी
ਇਹ ਲੋੜ नहीं चलो पाउण दी आपां ध्यान रखियो आ डिस्टेंस आपां ए मन्निया सारा वड्डा डायग्राम जिन्नी साफ जी बनाओगे या खुली बनाओगे उन्ना तुहानूं क्लीयर होगा सारा बी मन्निया। हुण आपां ने परपेंडिकुलर ड्रॉ करना इस तो बाद तो जो ड्रॉ करते हैं आपां ਇਹਦਾ मूवमेंट कड्डांगे इस पॉइंट के अबाउट 0 हो जाएगा ए पॉइंट के अबाउट कड्डांगे 0 हो जाएगा बी के अबाउट मूवमेंट कट रहे ये वास्ते परपेंडिकुलर ड्रॉ करांगे आपां ये वास्ते आपां ए लाइन के उपर परपेंडिकुलर ड्रॉ करांगे परपेंडिकुलर ड्रॉ कर लो कोई भी ला लो परपेंडिकुलर ये परपेंडिकुलर बाहर बनेगा तो चेक कर लियो डायग्राम बनाओगे उस प्रोड्यूस कर ये परपेंडिकुलर ड्रॉ करता हमने परपेंडिकुलर ड्रॉ क्यों करे आपने फोर्स इनटू डिस्टेंस ये अपने को बी ई लेना ये मूवमेंट आऊगा तो परपेंडिकुलर लोड पैनी अपन जो एदा मूवमेंट निकल गया 0 हो जाएगा बी अबाउट एदा मूवमेंट आ फोर्स 1 एदा मूवमेंट भी 0 हो जाएगा एदा मूवमेंट आप डिस्टेंस कड्डांगे ट्रिगोनोमेट्री ला के चलो निकल जाएगा तिना का अलजैब्रा एक साम रिजल्टेंट ने मूवमेंट बराबर करना फिर रिजल्टेंट का भी परपेंडिकुलर डिस्टेंस कटांगे जो दिमाग लग रहा हो वैसे वैसे परपेंडिकुलर इकट्ठा बनूगा ਇਹਦਾ परपेंडिकुलर इको होगा दोनों जे ਇਹਦੇ परपेंडिकुलर तो ਇਹਦੇ परपेंडिकुलर होगा ਇਹਨੂੰ ਆਪਾਂ F ਲੈ ਲਓ ਇਹ ਕੋਰਸਪੋंडिंग एंगल लाइनां पैरेलल होण ते एंगल बराबर हुंदे ने अदरवाइज ये रफ ये डायग्राम रफ होंदियां ने तुसीं परपेंडिकुलर अलग भी बना सकते हो ये तुहाडी चॉइस है पर जिन्ना समझ के बनाओगे लगता पता कि बच्चे कंसैप्ट क्लीयर ने जिहड़ा बच्चा इकट्ठी बनाऊगा परपेंडिकुलर लग जाओ टीचर नूं चैक करन लगे पता कि बच्चे कंसैप्ट क्लीयर ने जी कि इको परपेंडिकुलर बनेगा ना अदरवाइज गलत कोई नहीं होना जे परपेंडिकुलर आपां अलग भी बनावांगे तो देखो ध्यान हुण अपने पास आ दो परपेंडिकुलर फाइंड करने रह गए अपने वो फाइंड करते हैं आपां पहला इन ट्रायंगल BEC लभना की अपने BE ये लभना BE अपॉन BC एंगल 30 है जी परपेंडिकुलर अपॉन हाइपोटेन्यूज ये B मन्निया साइन बनेगा साइन 30 ये कितना आ गया हाफ इस तो बाद आ गया इन ट्रायंगल BFD लभना की अपने BF अपॉन इस हाइपोटेन्यूज की मन्ने आप ए भी साइन 30 बनेगा एंगल 30 है जी ये भी कितना आ जाएगा A इंटू हाफ ये लोड सी पहला तां कट के रख ले हुण लवांगे आप मूवमेंट अबाउट हुण मूवमेंट अबाउट B कट रहे हैं मूवमेंट अबाउट B कटिया पहला तिने फोर्सिस कटांगे आपां जी √3 डिस्टेंस 0 1 डिस्टेंस 0 आ दोनों कट लिया करना आ रह गया 1 इंटू डिस्टेंस कितना मन्ने अपने BE मूवमेंट की हो गया अपने को फोर्स इंटू डिस्टेंस डायरेक्शन चेक कर लो डायरेक्शन की होगी जी जिहड़ी ये डायरेक्शन हैगी अपने को ये बनेगी डायरेक्शन जो है ये बनेगी अपने को एंटी क्लॉकवाइज सॉरी क्लॉकवाइज ना आंसर नेगेटिव आ जाएगा क्लॉकवाइज होगी तो देखो ध्यान ना हो रहा इस तो बाद तिन्ने फोर्स आ गई तिना मूवमेंट निकल गया हम कटांगे आप रिजल्टेंट का रिजल्टेंट का आ गया R इंटू डिस्टेंस कितना हैगा BF 0 0 BE की वैल्यू कढ़ लवांगे आप B कढ़िया है कितना है B 1 इंटू B/2 BE
आर कढ़िया आपां ने 2 है जी इंटू BF कढ़िया आपां कितना A/2 ते इत्थों A कितना आ गया -B/2। हुण अपना तुसीं माइंड जे यूज कर सकते हैं, दसोगे माइनस क्यों आया अपना। माइनस करके वैसे डिस्टेंस नैगेटिव तो कदे हुंदे नहीं, ये माइनस तो आपां की डिसाइड करांगे, माइनस तो आपां ये डिसाइड करांगे कि आर दी डायरैक्शन जो है वो इधर होगी नीचे नूं। नीचे नूं क्यों होएगी डायरैक्शन, बिकॉज जे नीचे नूं डायरैक्शन होएगी तो और नैगेटिव है, क्लॉकवाइज घूमेगा, फिर ये नैगेटिव आ जाएगा, ये पॉजिटिव है, इत्थों ही डिसाइड हो रहा। मतलब नैगेटिव आना इदां नहीं क्वेश्चन गलत हो गया अपना, वो आर दी डायरैक्शन आ, वो कोई प्रॉब्लम नहीं हैगी जी, वो कोई प्रॉब्लम नहीं पैंदी आपां नूं। आपां नूं ये नहीं पुछया कि आर उपर जा रहा कि नीचे जा रहा, ये नहीं पुछया हैगा उन्होंने। इस करके ਇਹਦੇ ਵਿੱਚ ਆਪਾਂ ਫਿਰ ਇੱਥੋਂ ਕਹਾਂਗੇ therefore a ਕੀ ਲਿਆ ਆਪਾਂ ਨੇ, a ਡਿਸਟੈਂਸ ਆਹ ਸੀਗਾ, ਇਹ ਕੀ ਆ ਗਿਆ B/2 ਦਾ ਅੱਧ ਆ ਗਿਆ, ਤਾਂ ਫਿਰ ਰਿਜ਼ਲਟੈਂਟ ਕਿੱਥੇ ਐਕਟ ਕਰੇਗਾ, ਅੱਧ ਤੇ ਐਕਟ ਕਰੇਗਾ। therefore r bisects line of action of r, line of action of r बाइसैक्ट्स BC। ये ਆਪਾਂ ਪ੍ਰੂਵ ਕਰਨਾ ਸੀ, ਇਹ ਆਪਾਂ ਨੇ ਪ੍ਰੂਵ ਕਰਨਾ ਸੀ। ਚਲੋ ਠੀਕ ਹੈ, ਇਹ ਕੁਐਸਚਨ ਨੇ ਜੀ, ਤੇ ਇਹਦੇ ਉੱਪਰ ਬੇਸ ਆਪਾਂ ਕੁਐਸਚਨ ਕੱਲ ਦੇਖਾਂਗੇ, ਹੋਰ ਫਿਰ ਤੁਹਾਨੂੰ ਹੋਰ ਕਨਸੈਪਟ ਸਮਝਾ ਦੇਗਾ। ਇਹਦੇ ਨਾਲ ਦੇ ਬੇਸਡ ਕੁਐਸਚਨ ਆਪ ਘਰੇ ਟਰਾਈ ਵੀ ਕਰ ਲਿਓ, ਕੋਈ ਪ੍ਰੋਬਲਮ ਆਉਂਦੀ ਹੈ ਕਮੈਂਟ ਕਰ ਲਿਓ ਵੀਡੀਓ ਨੀਚੇ, ਜਾਂ ਅਸੀਂ WhatsApp ਗਰੁੱਪ ਤੇ ਸ਼ੇਅਰ ਕਰ ਲਿਓ ਜਿਹੜੇ ਆਪਣੇ ਬਣੇ ਹੋਏ ਨੇ। ਥੈਂਕ ਯੂ।